हाँ जी स्टूडेंट्स, ਅਸੀਂ ਹੈਟੋਸਾਈਕਲਿਕ ਕੰਪਾਊਂਡ ਸਟੱਡੀ ਕਰ ਰਹੇ ਸੀ। ਉਸ ਦੇ ਵਿੱਚ ਅਸੀਂ ਆਲਰੇਡੀ 5 ਮੈਂਬਰ ਹੈਟੋਸਾਈਕਲਿਕ ਕੰਪਾਊਂਡਸ ਪਾਇਰੋਲ, ਫਿਊਰੇਨ, ਥਾਇਓਫੀਨ ਕਵਰ ਕਰ ਚੁੱਕੇ ਹਾਂ ਔਰ 6 ਮੈਂਬਰ ਹੈਟੋਸਾਈਕਲਿਕ ਕੰਪਾਊਂਡ ਦੇ ਵਿੱਚ ਪੀਰੀਡੀਨ ਅਸੀਂ ਕੰਪਲੀਟ ਕਰ ਚੁੱਕੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਕੈਟਾਗਰੀ ਆਉਂਦੀ ਹੈ ਕੰਡੈਂਸਡ ਹੈਟੋਸਾਈਕਲਿਕ ਕੰਪਾਊਂਡਸ। ਕੰਡੈਂਸਡ ਹੈਟੋਸਾਈਕਲਿਕ ਕੰਪਾਊਂਡਸ ਦਾ ਜਿਵੇਂ ਨੇਮ ਤੋਂ ਹੀ ਸਾਨੂੰ ਕਲੀਅਰ ਹੋ ਰਿਹਾ ਕਿ ਇਹ ਆਪਸ ਵਿੱਚ ਰਿੰਗਸ ਫਿਊਜ਼ਡ ਨੇ, ਜਿੰਦੇ ਵਿੱਚੋਂ ਇੱਕ ਰਿੰਗ ਜੋ ਹੈ ਉਹ ਬੈਂਜ਼ੀਨ ਰਿੰਗ ਹੈ ਔਰ ਨਾਲ ਜਿਹੜੀ ਰਿੰਗ ਹੈ ਉਹ ਹੈਟਰੋਸਾਈਕਲਿਕ ਰਿੰਗ ਹੋਏਗੀ। ਮੀਨਸ ਇਸ ਤਰ੍ਹਾਂ ਦੀ ਰਿੰਗ ਜਿਹਦੇ ਡਿਫਰੈਂਟ ਐਟਮ ਹੋਏਗਾ ਅਦਰ ਦੈਨ ਕਾਰਬਨ। ਔਰ ਜਿਹੜੀ ਹੈਟਰੋਸਾਈਕਲਿਕ ਰਿੰਗ ਹੈ ਇਟ ਕੈਨ ਬੀ 5 ਮੈਂਬਰਡ ਔਰ 6 ਮੈਂਬਰਡ ਦੈਟ ਇਜ਼ ਫਿਊਜ਼ ਟੂ ਬੈਂਜ਼ੀਨ ਰਿੰਗ। ਸੋ ਇਹਦੇ ਵਿੱਚ ਸਾਡੇ ਕੋਲ ਕਈ ਤਰ੍ਹਾਂ ਦੇ ਕੰਪਾਊਂਡਸ ਨੇ ਔਰ ਕੁਝ ਇੰਪੋਰਟੈਂਟ ਕੰਪਾਊਂਡਸ ਜਿਹੜੇ ਹੈ ਉਹ ਹੈ ਕਿ ਬੈਂਜ਼ੀਨ ਰਿੰਗ ਦੇ ਨਾਲ ਪਾਇਰੋਲ ਰਿੰਗ ਫਿਊਜ਼ਡ ਹੈ ਤਾਂ ਇਸ ਨੂੰ ਅਸੀਂ ਬੈਂਜ਼ੋ ਪਾਇਰੋਲ ਕਹਿੰਦੇ ਹਾਂ ਔਰ ਕਾਮਨ ਨੇਮ ਹੈ ਇੰਡੋਲ। ਇਸੇ ਤਰ੍ਹਾਂ ਅਗਰ ਬੈਂਜ਼ੀਨ ਰਿੰਗ ਦੇ ਨਾਲ ਇੱਥੇ ਫਿਊਰੇਨ ਆਕਸੀਜਨ ਅਟੈਚ ਹੋਵੇ, ਫਿਊਰੇਨ ਰਿੰਗ ਫਿਊਜ਼ਡ ਹੈ ਤਾਂ ਅਸੀਂ ਇਸ ਨੂੰ ਬੈਂਜ਼ੋ ਫਿਊਰੇਨ ਕਵਾਂਗੇ। ਇਸੇ ਤਰ੍ਹਾਂ ਅਗਰ 6 ਮੈਂਬਰਡ ਹੈਟੋਸਾਈਕਲਿਕ ਰਿੰਗ ਪੀਰੀਡੀਨ ਜੋ ਹੈ ਅਗਰ ਬੈਂਜ਼ੀਨ ਰਿੰਗ ਦੇ ਨਾਲ ਫਿਊਜ਼ਡ ਹੋਏਗੀ ਤਾਂ ਅਸੀਂ ਉਸ ਦਾ ਨਾਮ ਰੱਖਦੇ ਹਾਂ ਕਿਨੋਲੀਨ। ਔਰ ਪੀਰੀਡੀਨ ਰਿੰਗ ਅਗਰ ਇਸ ਤਰ੍ਹਾਂ ਫਿਊਜ਼ਡ ਹੋਵੇ ਕਿ ਨਾਈਟ੍ਰੋਜਨ ਜੋ ਹੈ ਫਸਟ ਪੋਜੀਸ਼ਨ 'ਤੇ ਨਹੀਂ ਹੈ, ਸੈਕਿੰਡ ਪੋਜੀਸ਼ਨ 'ਤੇ, ਇਸ ਪੋਜੀਸ਼ਨ 'ਤੇ ਹੈ ਤਾਂ ਅਸੀਂ ਇਸ ਨੂੰ ਆਈਸੋਕਿਨੋਲੀਨ ਕਹਿੰਦੇ ਹਾਂ। ਇਹਨਾਂ ਕੰਪਾਊਂਡਸ ਦੇ ਵਿੱਚ ਜਿਹੜੀ ਅਸੀਂ ਨੰਬਰਿੰਗ ਕਰਦੇ ਹਾਂ ਰਿੰਗ ਐਟਮ ਸੀ ਉਹ ਇਸ ਤਰ੍ਹਾਂ ਕਰਦੇ ਹਾਂ ਕਿ ਮੋਸਟਲੀ ਜਿਹੜਾ ਹੈਟਰੋ ਐਟਮ ਹੈ ਉਸ ਨੂੰ ਅਸੀਂ ਨੰਬਰਿੰਗ 1 ਕਰਦੇ ਹਾਂ ਔਰ ਉਸ ਤੋਂ ਬਾਅਦ ਉਸ ਪਰਟੀਕੂਲਰ ਰਿੰਗ ਦੇ ਐਟਮਸ ਨੂੰ ਨੰਬਰਿੰਗ ਕਰਦੇ ਹਾਂ ਔਰ ਜਿਹੜੇ ਫਿਊਜ਼ਡ ਐਟਮਸ ਹੈ ਉਹਨਾਂ ਦੀ ਨੰਬਰਿੰਗ ਅਸੀਂ ਬਾਅਦ ਦੇ ਵਿੱਚ ਕਰਦੇ ਹਾਂ। ਤਾਂ ਇਸ ਹਿਸਾਬ ਤੋਂ ਇਸ ਦੀ ਨੰਬਰਿੰਗ ਹੋ ਜਾਏਗੀ 1 2 3। ਉਸ ਤੋਂ ਬਾਅਦ ਇਸੇ ਕੰਟੀਨਿਊਟੀ ਵਿੱਚ ਅਸੀਂ ਦੂਸਰੀ ਸਾਈਡ 'ਤੇ ਆ ਜਾਵਾਂਗੇ, ਫਿਊਜ਼ਡ ਐਟਮਸ ਨੂੰ ਅਸੀਂ ਛੋੜ ਦਾਂਗੇ ਤਾਂ ਇਹ ਹੋ ਜਾਏਗਾ 1 2 3 4 5 6 7। ਉਸੇ ਰੂਲ ਨੂੰ ਫੋਲੋ ਕਰਦੇ ਹੋਏ ਸਾਡੇ ਕੋਲ ਇੱਥੋਂ ਅਸੀਂ ਨੰਬਰਿੰਗ ਸਟਾਰਟ ਕਰਾਂਗੇ। ਸੋ 1 2 3 4 ਦੈਨ 5 6 7 8। ਬਟ ਆਈਸੋਕਿਨੋਲੀਨ ਦੇ ਵਿੱਚ ਅਸੀਂ ਨੰਬਰਿੰਗ ਫਿਰ ਫਸਟ ਪੋਜੀਸ਼ਨ ਇੱਥੋਂ ਹੀ ਲਵਾਂਗੇ ਤਾਂ ਨਾਈਟ੍ਰੋਜਨ ਜੋ ਆ ਰਿਹਾ ਹੈ ਉਹ ਇਸ ਦੇ ਵਿੱਚ ਸੈਕਿੰਡ ਪੋਜੀਸ਼ਨ 'ਤੇ ਆ ਰਿਹਾ। ਸੋ ਹੁਣ ਅਸੀਂ ਇਸ ਦੇ ਵਿੱਚੋਂ ਜਿਹੜੇ ਕੰਡੈਂਸ ਹੈਟੋਸਾਈਕਲਿਕ ਕੰਪਾਊਂਡਸ ਹੈ ਅਸੀਂ ਸਭ ਤੋਂ ਪਹਿਲਾਂ ਸਟਾਰਟ ਕਰ ਰਹੇ ਹਾਂ ਜੋ ਸਾਡੇ ਸਿਲੇਬਸ ਵਿੱਚ ਹੈ ਇੰਡੋਲ, ਜਿਸ ਨੂੰ ਅਸੀਂ ਬੈਂਜ਼ੋਪਾਇਰੋਲ ਵੀ ਕਹਿੰਦੇ ਹਾਂ। ਅਸੀਂ ਇਸ ਦਾ ਮੈਥਡ ਆਫ ਪ੍ਰੈਪਰੇਸ਼ਨ ਕਰ ਰਹੇ ਹਾਂ ਔਰ ਜਿਹੜੇ ਇੰਪੋਰਟੈਂਟ ਮੈਥਡ ਹੈ ਉਹ ਹੈ ਫਿਸ਼ਰ ਇੰਡੋਲ ਸਿੰਥੇਸਿਸ। ਇਸ ਦੇ 'ਚ ਅਸੀਂ ਕੀ ਕਰਨਾ ਹੈ, ਅਸੀਂ ਕਿਸੇ ਕੀਟੋਨ ਦਾ ਫਿਨਾਈਲ ਹਾਈਡਰਾਜ਼ੋਨ ਲਵਾਂਗੇ ਐਂਡ ਵੈਨ ਦਿਸ ਇਜ਼ ਹੀਟਡ ਇਨ ਪ੍ਰੈਜ਼ੈਂਸ ਆਫ ਸਮ ਐਸਿਡ either concentrated sulfuric acid or we can take anhydrous zinc chloride in ethanol, then we are getting derivatives of indole. जिस तरह कि इस केस which we are getting 2-methyl because this is second position, so 2-methyl indole or we can say 2-methyl benzopyrrole। तो इसका जो मैकेनिज्म है we start with phenyl hydrazone of acetone। ਤਾਂ ਇਸ ਦੇ ਲਈ ਅਸੀਂ ਕੀ ਕਰਾਂਗੇ, ਜੋ ਐਲਡੀਹਾਈਡ ਕੀਟੋਨਸ ਦਾ ਰਿਐਕਸ਼ਨ ਤੁਸੀਂ ਆਲਰੇਡੀ ਪੜ੍ਹੇ ਹੋਏ ਸੀਗੇ, ਐਸੀਟੋਨ ਲਿੱਤਾ ਉਸ ਨੂੰ ਫਿਨਾਈਲ ਹਾਈਡਰਾਜ਼ੀਨ ਨਾਲ ਰਿਐਕਟ ਕੀਤਾ, ਇਹਦੇ ਵਿੱਚੋਂ ਵਾਟਰ ਲਾਸ ਹੋ ਜਾਏਗਾ। ਸੋ ਵਾਟਰ ਲਾਸ ਤਾਂ ਸਾਡੇ ਕੋਲ ਫਿਨਾਈਲ ਹਾਈਡਰਾਜ਼ੋਨ ਬਣ ਜਾਏਗਾ ਔਰ ਫਿਨਾਈਲ ਹਾਈਡਰਾਜ਼ੋਨ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਇਹ ਕੀਟੋ ਜਿਸ ਤਰ੍ਹਾਂ ਅਸੀਂ ਕੀਟੋਇਨੋਲ ਟੋਟੋਮੈਰਿਜ਼ਮ ਪੜ੍ਹਿਆ ਹੈ ਤਾਂ ਇਸ ਦੇ ਵਿੱਚ ਵੀ ਟੋਟੋਮੈਰਿਜ਼ਮ ਹੋ ਜਾਏਗਾ। ਇਹ ਅਲਫਾ ਕਾਰਬਨ ਤੋਂ ਹਾਈਡਰੋਜਨ ਜਿਹੜਾ ਹੈ ਇਸ ਨਾਈਟ੍ਰੋਜਨ 'ਤੇ ਸ਼ਿਫਟ ਹੋ ਜਾਏਗਾ ਥਰੂ ਦਿਸ ਟੋਟੋਮੈਰਿਕ ਫੋਰਮ। ਤਾਂ ਸਾਡੇ ਕੋਲ ਇਹ ਵਾਲੀ ਸਟਰਕਚਰ ਬਣ ਗਈ ਔਰ ਇਸ ਸਟਰਕਚਰ ਦੇ ਵਿੱਚ ਕੀ ਹੋਏਗਾ, ਦਿਸ ਇਜ਼ ਈਨ ਪਾਰਟ ਐਂਡ ਦਿਸ ਇਜ਼ ਅਮੀਨ ਪਾਰਟ। ਸੋ ਦਿਸ ਇਜ਼ ਈਨਾਮੀਨ, ਈਨ ਪਲਸ ਅਮੀਨ ਇਜ਼ ਈਨਾਮੀਨ। ਸੋ ਟੋਟੋਮੈਰਿਕ ਦੇ ਥਰੂ ਸਾਡੇ ਕੋਲ ਈਨਾਮੀਨ ਬਣ ਗਈ ਔਰ ਕਿਉਂਕਿ ਅਸੀਂ ਇਸ ਵਿੱਚ ਐਸਿਡ ਐਡ ਕੀਤਾ ਹੋਇਆ ਤਾਂ ਦੈਟ ਐਸਿਡ ਜਿਹੜਾ ਹੈ ਉਹ ਆਪਣਾ ਪ੍ਰੋਟੋਨ ਦੇਗਾ ਔਰ ਪ੍ਰੋਟੋਨ ਜਿਹੜਾ ਜਾਏਗਾ ਇਸ ਕਰ ਨਾਈਟ੍ਰੋਜਨ 'ਤੇ ਜਾਏਗਾ। ਇਸ ਨਾਈਟ੍ਰੋਜਨ 'ਤੇ ਇਸ ਲਈ ਨਹੀਂ ਜਾ ਰਿਹਾ ਕਿਉਂਕਿ ਨਾਲ ਬੈਂਜ਼ੀਨ ਰਿੰਗ ਅਟੈਚਡ ਇਲੈਕਟ੍ਰੋਨ ਵਿਡਰੋਇੰਗ ਹੈ ਤਾਂ ਇੱਥੋਂ ਜਿਹੜੀ ਲੋਨ ਪੇਅਰ ਆਫ ਇਲੈਕਟ੍ਰੋਨ ਡੈਂਸਿਟੀ ਕੰਪੈਰੇਟਿਵਲੀ ਘੱਟ ਹੈ ਐਜ਼ ਕੰਪੇਅਰ ਟੂ ਦਿਸ ਨਾਈਟ੍ਰੋਜਨ। ਔਰ ਅਗਰ ਅਸੀਂ ਜ਼ਿੰਕ ਕਲੋਰਾਈਡ ਐਡ ਕਰ ਰਹੇ ਹਾਂ ਕਿਉਂਕਿ ਉਹ ਲੂਇਸ ਐਸਿਡ ਹੈ ਤਾਂ ਉਹ ਇੱਥੇ ਅਟੈਚ ਹੋ ਜਾਏਗਾ ਔਰ ਇੱਥੋਂ ਨਾਈਟ੍ਰੋਜਨ 'ਤੇ ਪੋਜ਼ੀਟਿਵ ਚਾਰਜ ਕ੍ਰੀਏਟ ਕਰ ਦੇਗਾ। ਬਟ ਅਗਰ ਅਸੀਂ ਐਸਿਡ ਐਡ ਕਰ ਰਹੇ ਹਾਂ ਤਾਂ ਸਿੰਪਲੀ ਪ੍ਰੋਟੋਨੇਸ਼ਨ ਦੇ ਥਰੂ ਇੱਥੇ ਨਾਈਟ੍ਰੋਜਨ 'ਤੇ ਪੋਜ਼ੀਟਿਵ ਚਾਰਜ ਆ ਜਾਏਗਾ ਔਰ ਪੋਜ਼ੀਟਿਵ ਜੇ ਚਾਰਜ ਆ ਗਿਆ ਤਾਂ ਸਾਡੇ ਕੋਲ ਜਿਹੜਾ ਇਹ ਕੰਪਾਊਂਡ ਹੈ ਇਟ ਵਿਲ ਅੰਡਰਗੋ ਰੀਅਰੇਂਜਮੈਂਟ ਰਿਐਕਸ਼ਨ ਜਿਸ ਨੂੰ ਅਸੀਂ 3,3 ਸਿਗਮਾ ਟ੍ਰੋਪਿਕ ਰੀਅਰੇਂਜਮੈਂਟ ਕਹਿੰਦੇ ਹਾਂ। 3 ਕਿਵੇਂ ਲੈ ਰਹੇ ਹਾਂ, ਸਾਡੇ ਕੋਲ ਦੋ ਸਿਸਟਮਸ ਨੇ, ਇੱਕ ਇਹ ਵਾਲਾ ਸਿਸਟਮ ਹੈ ਇਹ ਵਾਲਾ ਔਰ ਇੱਕ ਇਹ ਵਾਲਾ ਸਿਸਟਮ ਹੈ। ਸੋ ਇਸ ਦੇ ਵਿੱਚ 1 2 3 ਕਾਰਬਨਸ ਪ੍ਰੈਜ਼ੈਂਟ ਨੇ, ਇਸ ਸਿਸਟਮ 'ਚ 1 2 3। ਸੋ ਇਸ ਕਰਕੇ ਅਸੀਂ ਇਸ ਨੂੰ 3,3 ਸਿਗਮਾ ਟ੍ਰੋਪਿਕ ਰੀਅਰੇਂਜਮੈਂਟ ਕਹਿ ਰਹੇ ਹਾਂ ਜਿਸ ਦੇ ਵਿੱਚ ਪਾਈ ਇਲੈਕਟ੍ਰੋਨਸ ਜਿਹੜੇ ਹੈ ਆਪਣੀ ਰੀਓਰੀਐਂਟ ਹੋ ਜਾਂਦੇ ਨੇ ਔਰ ਸਾਡੇ ਕੋਲ ਇੱਕ 6 ਮੈਂਬਰਡ ਟ੍ਰਾਂਜੀਸ਼ਨ ਸਟੇਟ ਬਣਦੀ ਹੈ
और इस दे विच जिहड़ा बेंजीन दा ये पाई इलैक्ट्रॉन है इलैक्ट्रॉन डेंसिटी इत्थे शिफ्ट हो जाएगी, इत्थे सिग्मा बॉन्ड बन जाएगा, ये पाई इलैक्ट्रॉन डेंसिटी इधर शिफ्ट हो जाएगी और ये सिग्मा इलैक्ट्रॉन डेंसिटी इत्थे शिफ्ट हो जाएगी, तो इत्थों बॉन्ड ब्रेक हो जाएगा और साढ़े को इस तरह का कंपाउंड बन जाएगा जिस दे विच कि हुण ये रिंग जो है एरोमैटिक नहीं रही है, सो इट इज़ कंपैरेटिवली अनस्टेबल। बट इस केस विच अगर असीं देखिए तो आ जिहड़ा सिस्टम है कार्बन, दिस कार्बन इज़ अटैच टू टू ग्रुप्स एंड डबल बॉन्ड NH एक्चुअली, तो इसनूं असीं ईमीन कहने हैं स्टार्टिंग विद आई। इस तरह दिस कार्बन अटैच टू टू कार्बनस एंड देन डबल बॉन्डेड थ्रू NH, सो दिस ऑल्सो ईमीन सिस्टम। तो साढ़े कोल दो ईमीन सिस्टम है, बट ये वाला ईमीन सिस्टम जो है वो प्रोटोनेटेड है। पर क्योंकि ये बेंजीन रिंग जो सी वो इसकी एरोमेटिसिटी खत्म हो गई है क्योंकि इसने अपनी इलैक्ट्रॉन डेंसिटी दी थी, तो नाल दे नाल जिहड़ा हाइड्रोजन है ये इत्थों शिफ्ट हो जाएगा नाइट्रोजन ते, जिस तरह आपां पहलों पढ़िया सीगा टोटोमेरिज्म के थ्रू, ताकि इत्थे एरोमेटिसिटी दोबारा आ जाए, रिटेन हो जाए। सो इत्थे एरोमेटिसिटी रिटेन होगी और ये हाइड्रोजन इस नाइट्रोजन से शिफ्ट हो गया तो इत्थे NH2 आ गया। सो नाउ दिस लोन पेयर ऑफ इलैक्ट्रॉन डेंसिटी विल अटैक ऑन द कार्बन टू मेक दिस नाइट्रोजन गेट रिड ऑफ पॉजिटिव चार्ज। सो इसने इत्थे अटैक किया और ये इलैक्ट्रॉन डेंसिटी इत्थे शिफ्ट हो जाएगी तो इत्थे सिंगल बॉन्ड बन जाएगा और इत्थे कार्बन नाइट्रोजन का बॉन्ड बन रहा है। बट क्योंकि नाइट्रोजन लोन पेयर ऑफ इलैक्ट्रॉन डेंसिटी दी है तो नाइट्रोजन पर पॉजिटिव चार्ज आ गया और उस तो बाद जो ये वाली कार्बन है, जी ये वाली कार्बन है, इत्थों भी हाइड्रोजन जो है अपनी इलैक्ट्रॉन डेंसिटी दे देगा और इत्थों NH2 मीनस अमोनीया निकलेगा और नाइट्रोजन ते पॉजिटिव चार्ज सी तो इत्थों प्रोटोन लॉस भी हो जाएगा। सो प्रोटोन लॉस अमोनीया लॉस तो साढ़े कोल फाइनल प्रोडक्ट बन गया क्योंकि असी इत्थे CH3 ग्रुप तो स्टार्ट किया सी तो इस कार्बन ते मीथाइल ग्रुप है और अगर असी इत्थे सिंपल इंडोल बनाना चाहते हैं, डेरीवेटिव नहीं बनाना चाहते, इत्थे H चाहते हैं, सो वी हैव टू स्टार्ट विद H हेयर, तो H हेयर मीनस वी हैव टू स्टार्ट हेयर विद H, तो असी एसीटोन नहीं लवांगे, स्टार्टिंग विच एसीटल्डिहाइड लवांगे। सो दिस मैथड इज़ नोन एज फिशर इंडोल सिंथेसिस। तो इस नाल असी डेरीवेटिव्स बना सकते हैं। और जो दूसरा मैथड है दैट इज़ नोन एज मैडलंग सिंथेसिस। इस दे विच असीं की करते हैं टॉलविन का एक डेरीवेटिव लैने हैं जिसकी ऑर्थो पोजिशन ते असी एसाइल अमाइडो ग्रुप अटैच करते हैं। सो एसाइल ग्रुप वी नो दिस इज़ RC डबल बॉन्ड O, एसाइल ग्रुप होंदा एसाइल अमाइडो, अमाइडो मीनस अमाइड लिंकेज C डबल बॉन्ड O NH2। सो ये अमाइड ग्रुप हो गया और ये एसाइल, तो ये एसाइल अमाइडो ग्रुप में अटैच करना है तो इत्थों असी हाइड्रोजन रिमूव कर देंगे और इसमें असी ग्रुप की तरह ट्रीट करते हैं। सो दिस ग्रुप इज़ अटैच टू ऑर्थो पोजिशन ऑफ टॉलविन। सो असी ये स्टार्ट कर लिया और R डिपेंड करता है कि R असी किहड़ा लै रहे हैं, उस अकॉर्डिंग साढ़े कोल फाइनल प्रोडक्ट बनेगा। और इस दे विच हुंदा की है, असी स्ट्रॉन्ग बेस ऐड करते हैं, सोडामाइड है, पोटाशियम टर्शी ब्यूटोक्साइड है, विच आर वेरी स्ट्रॉन्ग बेसिस, दे कैन बी यूज इन द रिएक्शन। और इस रिएक्शन विच पहलों साइकलाइजेशन होएगी और बाद दे विच लॉस ऑफ वाटर होएगा। तो असी हुण मैकेनिज्म स्टार्ट करते हैं। सो जिस तरह कि असी आ लिता है कंपाउंड टॉलविन है वाला पार्ट, ऑर्थो पोजिशन ते असी एक ग्रुप अटैच किया होया है, तो ए ग्रुप सीगा एसिटाइल ग्रुप बट अमाइडो है नाल, तो एसिटामाइडो ग्रुप अटैच्ड है ऑर्थो एसिटामाइडो टॉलविन। और जो असी स्ट्रॉन्ग बेसिस ऐड करांगे क्योंकि ये अल्फा कार्बन के जोड़े हाइड्रोजन लगे होंगे है, अल्फा हाइड्रोजन एल्डिहाइड कीटोन से वो एसिडिक नेचर होंगी है। सो इन प्रेजेंस ऑफ वेरी स्ट्रॉन्ग बेस इट कैन एब्सट्रैक्ट द प्रोटोन और इत्थे साडे कोल कार्बेनाइन जनरेट हो जाएगा। सो कार्बेनाइन जो जनरेट होना है इस पोजीशन ते भी हो सकता है और नाल दे नाल इस पोजीशन ते भी हो सकता है, बट इस पोजीशन ते कार्बेनाइन ज़्यादा स्टेबल है क्योंकि रिंग विच इलैक्ट्रॉन डेंसिटी ज़्यादा डीलोकलाइज होएगी। सो इत्थे कार्बेनाइन जनरेट हो गया और कार्बेनाइन जो कार्बन इत्थे अटैक करेगा क्योंकि ये न्यूक्लियोफिलिक साइट है और इत्थे इलैक्ट्रॉन डेफिशिएंसी है, इट विल अटैक हियर टू गिव O negative and this O negative will take proton from the solvent from the ammonia which is formed by the abstraction of proton by amide। amide ने तो प्रोटोन एब्सट्रैक्ट किया सी, अमोनीया बनया सी, वो अमोनीया इत्थे प्रोटोन डोनेट करेगा तो इत्थे OH बन जाएगा। उस तो बाद सिंपली साइक्लाइजेशन हो गई है, हुण की होना है डिहाइड्रेशन, जिस तरह आप पहलों पढ़िया सी फिशर इंडोल सिंथेसिस विच। सो इत्थों H और OH वाटर लॉस हो जाएगा। तो सिंपल मैथड टू गेट
ਇੰਡੋਲ ਔਰ ਇੰਡੋਲ ਡੈਰੀਵੇਟਿਵ। ਸੋ ਅਗੇਨ ਮੈਂ ਇੱਥੇ ਸਰਕਲ ਕੀਤਾ ਹੈ ਮੀਥਾਈਲ ਨੂੰ। ਜਿਹੜਾ ਇਹ ਮੀਥਾਈਲ ਹੈ ਇਹ ਐਂਡ ਵਿੱਚ ਸਬਸਟੀਚੂਐਂਟ ਆਏਗਾ, ਔਰ ਅਗਰ ਸਾਨੂੰ ਸਿੰਪਲ ਇੰਡੋਲ ਚਾਹੀਦਾ ਹੈ ਸੋ ਵੀ ਕੈਨ ਸਟਾਰਟ ਵਿਦ ਹੇਅਰ ਐਚ। ਅਗਰ ਐਚ ਹੋਏਗਾ ਤਾਂ ਇਹ ਫੋਰਮਾਮਾਈਡ ਗਰੁੱਪ ਹੋ ਗਿਆ, ਤਾਂ ਇਸਦਾ ਨਾਮ ਹੋ ਜਾਏਗਾ ਔਰਥੋ ਫੋਰਮਾਮਾਈਡੋ ਟੋਲਵੀ। ਸੋ ਅਸੀਂ ਉਸ ਤੋਂ ਵੀ ਸਟਾਰਟ ਕਰਕੇ ਸਿੰਪਲ ਇੰਡੋਲ ਬਣਾ ਸਕਦੇ ਹਾਂ। ਸੋ ਦੈਟਸ ਅਬਾਊਟ ਦ ਸੈਕਿੰਡ ਮੈਥਡ ਆਫ ਪ੍ਰੈਪਰੇਸ਼ਨ।